ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕਰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ, ਮਾਤਾ ਤ੍ਰਿਪਤਾ ਦੇਵੀ ਜੀ, ਚਾਚਾ ਲਾਲੂ ਜੀ ਉਹਨਾਂ ਨੂੰ ਮਨਾਉਣ ਦਾ ਯਤਨ ਕਰਦੇ ਕਿ ਨਾਨਕ ਜੀ ਤੁਸੀਂ ਘਰ ਦੇ ਵਿੱਚ ਹੀ ਟਿਕ ਕੇ ਬੈਠਣਾ ਕਰੋ, ਕਿਧਰੇ ਵੀ ਬਾਹਰ ਜਿਹੜਾ ਹੈ ਉਹ ਨਾ ਜਾਣਾ ਕਰੋ, ਭਾਵੇਂ ਤੁਸੀਂ ਕੋਈ ਕੰਮ ਕਰੋ ਜਾਂ ਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਬਾਰ-ਬਾਰ ਇਸ ਗੱਲ ਦਾ ਉਪਦੇਸ਼ ਦਿੰਦੇ ਕਿ ਤੁਸੀਂ ਮੋਹ ਦੀਆਂ ਇਹਨਾਂ ਜੰਜੀਰਾਂ ਨੂੰ ਛੱਡ ਦੇਣਾ ਕਰੋ। ਸਾਰੀ ਪ੍ਰਿਥਵੀ, ਸਾਰੀ ਮਾਨਵਤਾ ਵਿਆਕੁਲ ਹੈ, ਤੜਫ ਰਹੀ ਹੈ। ਉਹਨਾਂ ਨੂੰ ਸੁਧਾਰਨਾ, ਉਹਨਾਂ ਨੂੰ ਬਚਾਉਣਾ, ਇਹ ਮੇਰਾ ਫਰਜ਼ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰਾਏ ਬੁਲਾਰ ਜੀ ਬੇਨਤੀ ਕਰਕੇ ਆਖਦੇ ਨੇ, ਕਹਿੰਦੇ ਸਤਿਗੁਰੂ ਕਿਰਪਾ ਕਰੋ, ਮੈਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰੋ ਤਾਂ ਕਿ ਮੇਰਾ ਜੰਮਣ ਮਰਨਾ ਜਿਹੜਾ ਹੈ ਉਹ ਕੱਟਿਆ ਜਾਏ। ਮੈਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰੋ ਜਿਹਦੇ ਨਾਲ ਮੇਰੇ ਅੰਦਰ ਦੀਆਂ ਮੋਹ ਦੀਆਂ ਜੰਜੀਰਾਂ ਟੁੱਟ ਜਾਣ, ਜਿਹਦੇ ਨਾਲ ਮੇਰਾ ਮਨੁੱਖਾ ਜੀਵਨ ਜਿਹੜਾ ਸਫਲ ਹੋ ਜਾਵੇ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਰਾਏ ਬੁਲਾਰ ਜੀ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕੀ ਸਮਝਾਉਣਾ ਕਰਨਗੇ ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਹਨ। ਲੜੀਵਾਰ ਇਤਿਹਾਸ ਦੇ ਨਾਲ ਜੁੜਨ ਵਾਸਤੇ ਰਸਨਾ ਤੋਂ ਉਚਾਰਨ ਕਰੀਏ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਬੇਨਤੀ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਮਿੱਠੇ ਸੁਭਾਅ ਦੇ ਨਾਲ ਅੱਗੋਂ ਬੋਲਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਭੂਪਤ, ਭੂਪਤ ਦਾ ਭਾਵ ਹੁੰਦਾ ਹੈ ਕਿ ਧਰਤੀ ਦਾ ਮਾਲਕ, ਪ੍ਰਿਥਵੀ ਦਾ ਮਾਲਕ, ਭਾਵ ਰਾਜਾ ਜਿਹੜਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਧਰਤੀ ਦੇ ਮਾਲਕ ਰਾਏ ਬੁਲਾਰ ਜੀ, ਤੁਸੀਂ ਆਪਣੀ ਜਿਹੜੀ ਬੇਨਤੀ ਹੈ ਨਾ ਉਹ ਖੁੱਲ੍ਹ ਕੇ ਤੁਸੀਂ ਦੱਸਣਾ ਕਰੋ। ਤੁਸੀਂ ਆਪਣੀ ਮੁਸ਼ਕਲ ਨੂੰ ਜਿਹੜਾ ਹੈ ਨਾ ਉਹ ਖੁੱਲ੍ਹ ਕੇ ਬਿਆਨ ਕਰਨਾ ਕਰੋ। ਤੁਹਾਨੂੰ ਕਿਸ ਚੀਜ਼ ਦੀ ਜਿਹੜੀ ਪਕੜ ਪਈ ਹੋਈ ਹੈ। ਤੇ ਰਾਏ ਬੁਲਾਰ ਜੀ ਕਹਿਣ ਲੱਗੇ, ਕਹਿੰਦੇ ਹੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੇਰਾ ਜਨਮ ਹੋਇਆ, ਮੈਂ ਵੱਡਾ ਹੋਇਆ, ਮੇਰੀ ਆਜ਼ੂ ਜਿਹੜੀ ਹੈ, ਉਮਰ ਜਿਹੜੀ ਹੈ ਉਹ ਵੱਡੀ ਹੁੰਦੀ ਜਾ ਰਹੀ ਹੈ। ਕਹਿੰਦੇ ਮੇਰੀ ਉਮਰ ਵਡੇਰੀ ਹੋ ਗਈ, ਮੇਰੇ ਕੇਸ ਜਿਹੜੇ ਹਨ ਉਹ ਦੁੱਧ ਵਰਗੇ ਚਿੱਟੇ ਹੋ ਗਏ। ਵਡੇਰੀ ਉਮਰ ਦੇ ਨਾਲ ਚਮੜੀ ਜਿਹੜੀ ਆਪਣੇ ਆਪ ਢਲਣੀ ਸ਼ੁਰੂ ਹੋ ਜਾਂਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਸਿਰ ਕੰਬਣ ਲੱਗ ਜਾਂਦਾ ਹੈ। ਕਹਿੰਦੇ ਇਹ ਸਾਰਾ ਕੁਝ ਮੇਰੇ ਨਾਲ ਵਾਪਰ ਗਿਆ, ਪਰ ਅਜੇ ਤੱਕ ਵੀ ਮੈਨੂੰ ਗਿਆਨ ਦੀ ਸਮਝ ਨਹੀਂ ਆਈ। ਇਸੇ ਗੱਲ ਦਾ ਜ਼ਿਕਰ ਸਤਿਗੁਰੂ ਨੇ ਬਾਣੀ ਵਿੱਚ ਬਾਰ-ਬਾਰ ਕੀਤਾ ਹੈ। ਮਹਾਰਾਜ ਕਹਿੰਦੇ ਨੇ ਕਿ ਦੇਖੋ ਨਿੱਕੀ ਜੀ ਉਮਰ ਦੇ ਵਿੱਚ ਜਿਹੜੀਆਂ ਲੱਤਾਂ ਕੰਮ ਕਰਦੀਆਂ ਨੇ ਉਹ ਬੁਢੇਪੇ ਦੇ ਵਿੱਚ ਉਵੇਂ ਲੱਤਾਂ ਕੰਮ ਨਹੀਂ ਕਰ ਸਕਦੀਆਂ। ਜਿਵੇਂ ਮਨੁੱਖ ਜਵਾਨੀ ਦੇ ਵਿੱਚ ਵੱਡੇ ਵੱਡੇ ਪਹਾੜ ਟੱਪ ਜਾਂਦਾ ਹੈ, ਜੰਗਲ ਟੱਪ ਜਾਂਦਾ ਹੈ, ਬੁਢੇਪੇ ਦੇ ਵਿੱਚ ਇੰਨਾ ਸਫ਼ਰ ਤੈਅ ਨਹੀਂ ਹੋ ਸਕਦਾ। ਬਾਬਾ ਫਰੀਦ ਸਾਹਿਬ ਕਹਿੰਦੇ ਮੇਰੇ ਕੋਲ ਪਿਆ ਹੋਇਆ ਕੁੱਜਾ ਜਿਹੜਾ ਹੈ ਨਾ ਉਹਦੇ ਵਿੱਚੋਂ ਪਾਣੀ ਕੱਢ ਕੇ ਨਹੀਂ ਪੀਤਾ ਜਾ ਰਿਹਾ, ਉਹ ਵੀ 100 ਕੋਹ 'ਤੇ ਲੱਗਦਾ ਹੈ। ਇੰਨੀ ਨਿੱਕੀ ਜੰਗੀਏ ਥਲ ਡੂੰਗਰ ਭਇਓਮ, ਅੱਜ ਫਰੀਦੈ ਕੂਜੜਾ ਸ਼ੈ ਕੋਹਾਂ ਥੀਓਮ। ਕਹਿੰਦੇ ਇਹ ਹਾਲਤ ਹੋ ਗਈ ਬੰਦੇ ਦੀ। ਤੇ ਭਗਤ ਨਾਮਦੇਵ ਸਾਹਿਬ ਜੀ ਨੇ, ਭੀਖਨ ਸਾਹਿਬ ਜੀ ਨੇ ਵੀ ਕਿਹਾ, ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਕਹਿੰਦੇ ਅਜੇ ਵੀ ਤੇਰੀ ਆਹ ਹਾਲਤ ਹੋ ਗਈ, ਸਰੀਰ ਇੱਦਾਂ ਦਾ ਹੋ ਗਿਆ, ਅਜੇ ਵੀ ਤੂੰ ਸਮਝਣ ਵਾਸਤੇ ਤਿਆਰ ਨਹੀਂ ਹੈ। ਇਹੀ ਗੱਲ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਰੱਖ ਕੇ ਬੇਨਤੀ ਕਰਦੇ, ਕਹਿੰਦੇ ਸਤਿਗੁਰੂ ਆਹ ਸਰੀਰ ਮੇਰਾ ਜਿਹੜਾ ਹੈ ਵਡੇਰਾ ਹੋ ਗਿਆ, ਉਮਰ ਵਡੇਰੀ ਹੋ ਗਈ, ਸਰੀਰ ਦੇ ਕੇਸ ਚਿੱਟੇ ਹੋ ਗਏ, ਸਰੀਰ ਜਿਹੜਾ ਕਮਜ਼ੋਰ ਹੋ ਗਿਆ, ਪਰ ਅਜੇ ਤੱਕ ਮੈਨੂੰ ਗਿਆਨ ਦੀ ਜਿਹੜੀ ਸਮਝ ਹੈ ਨਾ ਉਹ ਨਹੀਂ ਆ ਸਕੀ।
ਨਾਮ ਬਲਾਰ ਕੇ ਮਮਹੰਤਾ ਸੰਬੰਧ ਮੈਂ ਲਖੂ ਬਦੰਤਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਹੋ ਕੇ ਕਹਿਣ ਲੱਗਿਆ, ਕਹਿੰਦਾ ਕਿ ਮੈਨੂੰ ਪਰਿਵਾਰ ਦਾ ਮੋਹ ਚੰਬੜਿਆ ਹੋਇਆ, ਇਸਤਰੀ ਦਾ ਮੋਹ ਹੈ, ਪੁੱਤਰਾਂ ਦਾ ਮੋਹ ਹੈ, ਆਪਣੇ ਬੰਦੇ ਨੂੰ ਸਰੀਰ ਦਾ ਮੋਹ ਹੁੰਦਾ ਏ। ਕਹਿੰਦੇ ਇਹ ਸਾਰੇ ਮੋਹ ਦੇ ਵਿੱਚ ਜਿਹੜਾ ਨਾ ਮੈਂ ਫਸਿਆ ਹੋਇਆ ਹਾਂ, ਪਾਪ ਕਰਮ ਕਰ ਰਿਹਾ ਹਾਂ, ਇਹਦੇ ਵਿੱਚੋਂ ਛੁਟਕਾਰਾ ਕਿਵੇਂ ਹੋ ਸਕਦਾ ਏ? ਇਸ ਗੱਲ ਦਾ ਤੁਸੀਂ ਮੈਨੂੰ ਉਪਦੇਸ਼ ਬਖਸ਼ਿਸ਼ ਕਰਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਏ ਬੁਲਾਰ ਜੀ, ਪਾਵ ਰਾਜਨ, ਇਸ ਧਰਤੀ ਦੇ ਮਾਲਕ ਰਾਏ ਜੀ, ਇਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਧਰਮ ਕਮਾਉਣ ਵਾਸਤੇ ਪ੍ਰਾਪਤ ਹੋਇਆ ਹੈ। ਇਹ ਜਿਹੜਾ ਸਰੀਰ ਧਰਮ ਕਮਾਉਣ ਵਾਸਤੇ ਪ੍ਰਾਪਤ ਹੋਇਆ, ਪਰ ਸਾਡੇ ਮਨ ਅੰਦਰ ਭਰਮ ਪੈ ਜਾਂਦਾ, ਭੁਲੇਖਾ ਪੈ ਜਾਂਦਾ। ਹਰ ਚੀਜ਼ ਦੇ ਉੱਪਰ ਬੰਦੇ ਨੂੰ ਭੁਲੇਖਾ ਪੈ ਗਿਆ। ਜਦੋਂ ਸੰਸਾਰ ਦੇ ਵਿੱਚ ਜਨਮ ਹੋਇਆ, ਮੋਹ ਦਾ ਇੱਕ ਐਸਾ ਭਰਮ ਪਿਆ, ਐਸਾ ਭੁਲੇਖਾ ਪਿਆ, ਬੰਦੇ ਨੂੰ ਆਪਣੀ ਸੁੱਧ ਬੁੱਧੀ ਭੁੱਲ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਰਾਏ ਜੀ, ਇਹ ਸਰੀਰ ਧਰਮ ਕਮਾਉਣ ਵਾਸਤੇ ਪ੍ਰਾਪਤ ਹੁੰਦਾ ਹੈ। ਜਨਮ ਮਰਨ ਦੁਖ ਤਨ ਕੇ ਮਾਹੀ, ਬਾਲਕ ਤਰਨ ਬ੍ਰਿਧ ਤੋਂ ਨਾਹੀ। ਕਹਿਣ ਲੱਗੇ ਕਿ ਇਹ ਜਿਹੜਾ ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ, ਇਹ ਜੰਮਣ ਤੇ ਮਰਨ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਬੰਦੇ ਵਾਸਤੇ, ਇਹ ਸਭ ਤੋਂ ਵੱਡਾ ਕਸ਼ਟ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਲੋਕਾਂ ਨੇ ਕਸ਼ਟ ਮੰਨੇ, ਦੁੱਖ ਮੰਨੇ, ਇਹਨਾਂ ਸਾਰੇ ਦੁੱਖਾਂ ਦੇ ਵਿੱਚੋਂ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਨਾ, ਉਹ ਜੰਮਣ ਤੇ ਮਰਨ ਦਾ। ਭਾਵੇਂ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਕਿਹਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਕਹਿੰਦੇ ਆ ਵੀ ਸਾਰੇ ਭਾਵੇਂ ਦੁੱਖ ਹੋਣਗੇ, ਪਰ ਮਹਾਰਾਜ ਨੇ ਜਦੋਂ ਸਭ ਤੋਂ ਵੱਡੇ ਦੁੱਖ ਦੀ ਗੱਲ ਕੀਤੀ ਨਾ, ਮਹਾਰਾਜ ਕਹਿੰਦੇ ਜਨਮ ਮਰਨ ਦੁੱਖ ਕੱਟੀਐ, ਆ ਜੰਮਣ ਤੇ ਮਰਨ ਦਾ ਮੇਰਾ ਦੁੱਖ ਕੱਟ ਦੇ। ਇਹ ਸਭ ਤੋਂ ਵੱਡਾ ਦੁੱਖ ਹੈ। ਮਨੁੱਖ ਦਾ ਸਰੀਰ ਵਾਸ਼ਨਾ ਦੇ ਵਿੱਚ ਬੱਧਾ, ਬਾਰ-ਬਾਰ ਜੰਮਦਾ ਹੈ, ਬਾਰ-ਬਾਰ ਮਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਇਹ ਸਰੀਰ ਜਿਹੜਾ ਵਾਸ਼ਨਾ ਦੇ ਕਰਕੇ ਜੰਮਦਾ ਮਰਦਾ ਰਹਿੰਦਾ ਹੈ। ਵਾਸ਼ਨਾ ਬੱਧਾ ਆਵੇ ਜਾਏ, ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੇ ਜਾਏ। ਇੱਦਾਂ ਕਰਕੇ ਜੰਮਦਾ ਮਰਦਾ ਰਹਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਰਾਏ ਬੁਲਾਰ ਜੀ, ਇਹ ਜਿਹੜਾ ਸਰੀਰ ਹੈ ਨਾ, ਇਹਨੂੰ ਸਭ ਤੋਂ ਵੱਡਾ ਦੁੱਖ ਲੱਗਾ ਜੰਮਣ ਤੇ ਮਰਨ ਦਾ। ਫਿਰ ਪਹਿਲਾਂ ਇਹ ਬਚਪਨ ਵਿੱਚ ਹੁੰਦਾ ਹੈ, ਫਿਰ ਇਹ ਜਵਾਨੀ ਵਿੱਚ ਆਉਂਦਾ, ਫਿਰ ਬਿਰਧ ਹੋ ਜਾਂਦਾ ਹੈ, ਪਰ ਇਹਨੂੰ ਹਾਸਲ ਕੁਝ ਵੀ ਨਹੀਂ ਹੁੰਦਾ, ਇਹਨੂੰ ਪ੍ਰਾਪਤ ਕੁਝ ਵੀ ਨਹੀਂ ਹੁੰਦਾ। ਖਾਸ ਬਾਦਤ ਸ਼ਹਿਆਸ਼ ਆਬ ਨਵ ਪੰਚ ਭੂਏ ਜਗ ਜਹਨੋ ਸਭ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਸਰੀਰ ਦਾ, ਇਹ ਸੰਸਾਰ ਦਾ ਮੂਲ ਕੀ ਹੈ? ਜੋ ਸੰਸਾਰ ਦਾ ਮੂਲ ਹੈ, ਉਹੀ ਸਰੀਰ ਦਾ ਮੂਲ ਹੈ। ਮੂਲ ਹੈ ਪੰਜ ਤੱਤ। ਜੋ ਕੁਝ ਬਣਦਾ ਹੈ ਇਹ ਪੰਜ ਤੱਤਾਂ ਤੋਂ ਬਣਦਾ ਹੈ, ਤੇ ਜਦੋਂ ਖਤਮ ਹੋ ਜਾਂਦਾ ਹੈ ਪੰਜ ਤੱਤਾਂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਉਹ ਪੰਜ ਤੱਤ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਏ ਬੁਲਾਰ ਜੀ ਨੂੰ ਦਰਸਾਏ। ਕਹਿੰਦੇ ਮਿੱਟੀ ਹੈ, ਹਵਾ ਹੈ, ਪਾਣੀ ਹੈ, ਆਕਾਸ਼ ਹੈ, ਅਗਨੀ ਹੈ। ਇਹ ਸਾਰੇ ਦਾ ਸਾਰਾ ਸੰਸਾਰ ਵੀ ਪੰਜ ਤੱਤਾਂ ਤੋਂ ਬਣਿਆ। ਇਹ ਸੰਸਾਰ ਵੀ ਅੱਗ ਤੋਂ ਬਣਿਆ, ਪਾਣੀ ਤੋਂ ਬਣਿਆ, ਹਵਾ ਤੋਂ ਬਣਿਆ, ਆਕਾਸ਼, ਮਿੱਟੀ, ਪੰਜ ਤੱਤਾਂ ਦਾ ਸੰਸਾਰ ਸਿਰਜਿਆ। ਔਰ ਮਨੁੱਖ ਦਾ ਸਰੀਰ ਜਿਹੜਾ ਨਾ, ਇਹ ਵੀ ਪੰਜ ਤੱਤਾਂ ਤੋਂ ਸਿਰਜਿਆ। ਇਹਦੇ ਵਿੱਚ ਵੀ ਮਿੱਟੀ ਹੈ, ਇਹਦੇ ਵਿੱਚ ਵੀ ਆਕਾਸ਼ ਹੈ, ਇਹਦੇ ਵਿੱਚ ਵੀ ਅਗਨੀ ਹੈ, ਇਹਦੇ ਵਿੱਚ ਵੀ ਹਵਾ ਹੈ, ਇਹਦੇ ਵਿੱਚ ਵੀ ਪਾਣੀ ਹੈ। ਔਰ ਅੱਜ ਦੀ ਸਾਇੰਸ ਤੇ ਇੱਥੋਂ ਤੱਕ ਕਹਿੰਦੀ ਹੈ ਕਿ ਮਨੁੱਖ ਦੇ ਸਰੀਰ ਵਿੱਚ 70% ਪਾਣੀ ਹੈ। ਬੰਦੇ ਦੇ ਸਰੀਰ ਦੇ ਉੱਪਰ ਇਹਨਾਂ ਪੰਜ ਤੱਤਾਂ ਦਾ ਅਸਰ ਹੁੰਦਾ ਹੈ। ਜਿਹਦੇ ਵਿੱਚ ਅਗਨੀ ਵੱਧ ਹੋਏਗੀ, ਉਹ ਮਨੁੱਖ 24 ਘੰਟੇ ਤਪਿਆ ਹੀ ਰਹਿੰਦਾ, ਅੱਗ ਵਾਂਗ। ਸੁਭਾਵਕ ਹੀ ਆਪਾਂ ਕਹਿ ਦਿੰਦੇ ਕਿ ਇਹ ਤਾਂ ਅੱਗ ਵਾਂਗੂ ਤਪਿਆ ਹੀ ਰਹਿੰਦਾ। ਭਾਵ ਕਿ ਉਹਦੇ ਵਿੱਚ ਅਗਨੀ ਤੱਤ ਵੱਧ ਹੈ। ਜੇ ਕਿਸੇ ਵਿੱਚ ਹਵਾ ਵੱਧ ਹੈ, ਉਹ ਉੱਡਿਆ ਹੀ ਫਿਰਦਾ, ਉਹਨੂੰ ਆਪਾਂ ਕਹਿ ਦਿੰਦੇ ਹਵਾ ਵਾਂਗ ਉੱਡਿਆ ਫਿਰਦਾ ਹੈ। ਜੇ ਕਿਸੇ ਵਿੱਚ ਮਿੱਟੀ ਤੱਤ ਵੱਧ ਹੈ, ਉਹਦੀ ਨਿਰਮਾਨਤਾ ਆਪਾਂ ਵੇਖ ਸਕਦੇ ਹਾਂ। ਜੇ ਕਿਸੇ ਵਿੱਚ ਪਾਣੀ ਤੱਤ ਵੱਧ ਹੈ, ਉਹਦੇ ਹਿਸਾਬ ਨਾਲ ਉਹਦਾ ਆਪਾਂ ਸੁਭਾਅ ਵੇਖ ਸਕਦੇ ਹਾਂ। ਜੇ ਕਿਸੇ ਵਿੱਚ ਆਕਾਸ਼ ਤੱਤ ਵੱਧ ਹੈ, ਉਹਦੇ ਹਿਸਾਬ ਨਾਲ ਉਹਦੀ ਬੁੱਧੀ ਨੂੰ ਮਾਪਣ ਦਾ ਢੰਗ ਜਿਹੜਾ ਉਹ ਦੁਨੀਆ ਨਾਲੋਂ ਵੱਖਰਾ ਹੋਏਗਾ। ਉਹਦੇ ਆਕਾਸ਼ ਤੱਤ ਹੋਣ ਕਰਕੇ ਉਹਦੀ ਬੁੱਧੀ ਦਾ ਪੱਧਰ ਬੜਾ ਉੱਚਾ ਹੋਏਗਾ। ਮਨੁੱਖ ਦੇ ਅੰਦਰ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਨਾਲ ਹੀ ਮਨੁੱਖ ਚੱਲਦਾ ਹੈ। ਮਹਾਰਾਜ ਦੀ ਬਾਣੀ ਨੇ ਜਿੱਥੇ ਕਿਹਾ, ਕਹਿੰਦੇ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਇਸ ਮਨੁੱਖ ਦਾ ਸਰੀਰ ਪੰਜ ਤੱਤਾਂ ਦਾ ਬਣਿਆ। ਮਹਾਰਾਜ ਨੇ ਜਦੋਂ ਮਨ ਦੀ ਗੱਲ ਕੀਤੀ ਤੇ ਮਨ ਦੇ ਬਾਰੇ ਵੀ ਕਿਹਾ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮਾ,
ਜਿੱਥੇ ਬਾਹਰੀ ਤੌਰ ਦੇ ਉੱਪਰ ਸਰੀਰ ਪੰਜ ਤੱਤਾਂ ਦਾ ਬਣਿਆ ਹੈ, ਉੱਥੇ ਮਨੁੱਖ ਦਾ ਹਿਰਦਾ ਮਨ ਜਿਹੜਾ ਹੈ ਉਹਦੇ ਨਾਲ ਸੰਬੰਧਿਤ ਵੀ ਪੰਜ ਹੀ ਤੱਤ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਇਵੇਂ ਰਾਏ ਬੁਲਾਰ ਜੀ ਨੂੰ ਦਰਸਾ ਰਹੇ ਹਨ। ਤਿਨ ਕੀ ਦੇਹ ਰਚੀ ਜੜ ਸੋ ਜਸ ਕਾਰਨ ਤੁਮ ਕਾਰਜ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਜੀ ਇਹਨਾਂ ਪੰਜ ਤੱਤਾਂ ਦੇ ਨਾਲ ਹੀ ਸਰੀਰ ਬਣਦਾ ਹੈ, ਇਹੀ ਸਰੀਰ ਦੇ ਮੂਲ ਹਨ, ਮੁੱਢ ਹੈ। ਜਿਹੋ ਜਿਹਾ ਬੰਦਾ ਕਰਦਾ ਹੈ ਫਿਰ ਉਦਾਂ ਦਾ ਹੀ ਕਾਰਜ ਜਿਹੜਾ ਹੁੰਦਾ ਹੈ। ਉਸ ਦੇਵ ਚੇਤਨ ਸੁਖ ਸੰਗਾ ਜਨਮ ਮਰਨ ਤੇਰੇ ਤੇ ਭੰਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਨੁੱਖ ਦੇ ਅੰਦਰ ਫਿਰ ਜਿਹੜੀ ਜੀਵ ਆਤਮਾ ਹੈ ਨਾ, ਇੱਕ ਚੇਤਨਤਾ ਹੈ, ਉਹਨੂੰ ਆਪਾਂ ਚੇਤਨਤਾ ਕਹਿੰਦੇ ਆ, ਜੀਵ ਆਤਮਾ ਕਹਿੰਦੇ ਆ। ਬਾਣੀ ਇਹਨੂੰ ਹੰਸ ਵੀ ਆਖਿਆ ਹੈ, ਮਹਾਰਾਜ ਦੀ ਬਾਣੀ ਇਹਨੂੰ ਰਾਮ ਦੀ ਅੰਸ਼ ਵੀ ਆਖਿਆ, ਉਹਨੂੰ ਕਈ ਨਾਵਾਂ ਨਾਲ ਪੁਕਾਰਿਆ ਗਿਆ। ਬਾਣੀ ਵਿੱਚ ਉਹਨੂੰ ਪਤੀ ਵੀ ਆਖਿਆ। ਤੇ ਸਤਿਗੁਰੂ ਕਹਿੰਦੇ ਜਿਹੜੀ ਮਨੁੱਖ ਦੇ ਅੰਦਰ ਜੀਵ ਆਤਮਾ ਹੈ ਨਾ, ਉਹ ਜੀਵ ਆਤਮਾ ਜੰਮਣ ਮਰਨ ਵਿੱਚ ਨਹੀਂ ਆਉਂਦੀ। ਨਾਮ ਰੂਪਨ ਬਰਨਾ ਬਹੀਨਾ ਸਦਾਏ ਕਰਸ ਦੁਖ ਸਭ ਹੀਨਾ। ਕਹਿੰਦੇ ਕਿ ਉਸ ਆਤਮਾ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਆਤਮਾ ਜਿਹੜੀ ਹੈ ਉਹ ਜੰਮਣ ਮਰਨ ਤੋਂ, ਦੁੱਖ ਤੋਂ ਵੀ ਪਰੇ ਹੈ। ਤੇ ਜੰਮਦਾ ਮਰਦਾ ਸਰੀਰ ਹੈ, ਸਰੀਰ ਜੰਮਦਾ ਹੈ, ਸਰੀਰ ਮਰਦਾ ਹੈ, ਪਰ ਆਤਮਾ ਜਿਹੜੀ ਹੈ ਉਹ ਅਮਰ ਹੈ, ਉਹ ਰੱਬ ਦਾ ਰੂਪ ਹੈ। ਤੇ ਉਹ ਜਿਹੜੀ ਆਤਮਾ ਹੈ ਉਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੀ। ਸੋ ਤਜ ਕਲ ਜਦ ਜਾਵਤ ਦੇਹੀ ਕਰਤੇ ਕਾਢੇ ਵੈਰ ਸਨੇਹੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਰਾਏ ਬੁਲਾਰ ਜੀ, ਜਦੋਂ ਉਹ ਸਰੀਰ ਦੇ ਵਿੱਚੋਂ ਆਤਮਾ ਸਰੀਰ ਨੂੰ ਛੱਡ ਦਿੰਦੀ ਹੈ ਨਾ, ਆਹ ਜਿਹੜੇ ਆਲੇ ਦੁਆਲੇ ਦੇ ਆਪਣੇ ਸਕੇ ਸੰਬੰਧੀ ਹੁੰਦੇ ਆ ਨਾ, ਇਹਨਾਂ ਦਾ ਮੋਹ ਕੇਵਲ ਸਰੀਰ ਕਰਕੇ ਹੁੰਦਾ ਏ। ਇਸੇ ਕਰਕੇ ਸਰੀਰ ਨੂੰ ਇਹ ਬਾਹਰ ਕੱਢ ਦਿੰਦੇ ਨੇ। ਤੇ ਤਾਂ ਹੀ ਬਾਬੇ ਦੀ ਬਾਣੀ ਨੇ ਕਿਹਾ, ਦੋਹਰੀ ਬੈਠੀ ਮਾਤਾ ਰੋਵੇ ਖਟੀਆ ਲੈ ਗਏ ਭਾਈ, ਲੱਟ ਛਟਕਾਏ ਤ੍ਰਿਆ ਰੋਵੇ ਹੰਸ ਅਕੇਲਾ ਜਾਈ। ਕਹਿੰਦੇ ਉਹ ਮਿੱਟੀ ਹੁੰਦੀ, ਸਰੀਰ ਕਾਹਦਾ ਹੈ, ਉਹ ਤੇ ਮਿੱਟੀ ਦੀ ਢੇਰੀ ਬਣ ਜਾਂਦੀ ਹੈ, ਉਹਨੂੰ ਫਿਰ ਛੇਤੀ ਦੇ ਨਾਲ ਲੋਕ ਘਰੋਂ ਕੱਢ ਦਿੰਦੇ ਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬੁਲਾਰ ਜੀ, ਜਦੋਂ ਹੀ ਸਰੀਰ ਨੂੰ ਆਤਮਾ ਛੱਡ ਜਾਂਦੀ ਹੈ ਫਿਰ ਉਹਦੇ ਨਾਲ ਇਦਾਂ ਵਾਪਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਸਰੀਰ ਆਤਮਾ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦਾ। ਇਹ ਪਵਿੱਤਰ ਹੀ ਸਮਝੋ, ਭਾਵ ਨਾ ਆਤਮਾ ਤੋਂ ਬਿਨਾਂ ਸਰੀਰ ਦੌੜ ਸਕਦਾ ਹੈ, ਨਾ ਤੁਰ ਸਕਦਾ ਹੈ, ਨਾ ਕੋਈ ਕੰਮ ਕਰ ਸਕਦਾ ਹੈ। ਤਾਂ ਹੀ ਤੇ ਬਾਬਾ ਕਬੀਰ ਸਾਹਿਬ ਵਰਗੇ ਮਹਾਤਮਾ ਧਰਮਾਤਮਾ ਨੇ, ਮਹਾਂਪੁਰਸ਼ਾਂ ਨੇ ਇਹਨੂੰ ਬਾਰ-ਬਾਰ ਕਿਹਾ। ਕਹਿੰਦੇ ਸਰੀਰ ਦੇ ਅੰਦਰ ਕੁਝ ਬੋਲਦਾ ਸੀ ਤੇ ਸਰੀਰ ਘਰ ਦੇ ਵਿੱਚ ਬੋਲਣ ਵਾਲਾ ਕਿੱਥੇ ਚਲਿਆ ਗਿਆ। ਬਾਬਾ ਕਬੀਰ ਨੇ ਆਵਾਜ਼ ਦੇ ਕੇ ਕਿਹਾ, ਬਾਬਾ ਬੋਲਤੇ ਥੇ ਕਹਾਂ ਗਏ, ਅੰਦਰ ਜੋ ਕੁਝ ਬੋਲਦਾ ਸੀ ਉਹ ਕਿੱਥੇ ਚਲਿਆ ਗਿਆ। ਇਸੇ ਕਰਕੇ ਭਗਤ ਸਾਹਿਬਾਨਾਂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਆ ਵੇਖੋ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੇ ਬੋਲੇ ਦੌੜਿਓ ਫਿਰਤ ਹੈ। ਕਹਿੰਦੇ ਮਿੱਟੀ ਦਾ ਬਣਿਆ ਹੋਇਆ ਪੁਤਲਾ ਸਰੀਰ ਨੱਚਦਾ ਫਿਰਦਾ, ਦੌੜਦਾ ਫਿਰਦਾ। ਕਿਉਂ? ਇਹਦੇ ਵਿੱਚ ਕੁਝ ਚੀਜ਼ ਬੋਲਦੀ ਹੈ। ਜਦੋਂ ਚੀਜ਼ ਛੱਡ ਦਿੰਦੀ ਹੈ ਤੇ ਸਰੀਰ ਕੁਝ ਵੀ ਨਹੀਂ, ਖਤਮ ਹੈ, ਮਿੱਟੀ ਦੀ ਢੇਰੀ ਹੈ। ਜਾਤ ਬਰਨ ਜਾਤ ਬਰਨ ਕਰ ਨਿਹਾਰੋ, ਨਿਸਰੂਪ ਕਰੀ ਨਿਰਧਾਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਰਾਏ ਬੁਲਾਰ ਜੀ, ਆ ਜਾਤ ਪਾਤ ਦੇ ਵਿਤਕਰੇ, ਵਰਨਾਂ ਦੇ ਵਿਤਕਰੇ, ਇਹਨਾਂ ਸਾਰਿਆਂ ਦੇ ਵਿੱਚੋਂ ਵੱਖਰੇ ਹੋ ਕੇ ਇਸ ਦੁਨੀਆ ਨੂੰ ਫਿਰ ਵੇਖਣ ਦਾ ਜਿਹੜਾ ਯਤਨ ਕਰੋ। ਜਦੋਂ ਮਨੁੱਖ ਜਾਤਾਂ, ਬਰਾਦਰੀਆਂ, ਧਰਮਾਂ ਤੇ ਫਿਰਕਿਆਂ ਦੇ ਵਿੱਚ ਪੈ ਕੇ ਵਹਿੰਦਾ ਹੈ, ਫਿਰ ਆਪਣੇ ਵਾਲਾ ਫਿਰਕਾ ਚੰਗਾ ਲੱਗਦਾ ਹੈ, ਦੂਜਾ ਫਿਰਕਾ ਮਾੜਾ ਲੱਗਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਤੋਂ ਉੱਪਰ ਉੱਠ ਕੇ ਵੇਖਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਇਸ ਕੁਦਰਤ ਨੂੰ ਮੁਹੱਬਤ ਕਰੋਗੇ, ਜੇ ਇਹ ਸਿਰਜੀ ਹੋਈ ਕਾਇਨਾਤ ਨੂੰ ਮੁਹੱਬਤ ਕਰੋਗੇ, ਫਿਰ ਦੇਖਿਓ ਜੇ ਫਿਰ ਤੁਹਾਨੂੰ ਸਾਰੇ ਪਾਸੇ ਪ੍ਰੇਮ ਦੀ ਝਲਕ ਪਵੇਗੀ। ਕਿਉਂ? ਪਰਮਾਤਮਾ ਪ੍ਰੇਮ ਰਸ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਸਾਰੇ ਪਾਸੇ ਪਰਮਾਤਮਾ ਪ੍ਰੇਮ ਸਰੂਪ ਹੋ ਕੇ ਵਿਚਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਵੇਂ ਰਾਏ ਬੁਲਾਰ ਨੂੰ ਸਮਝਾ ਰਹੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਰਾਏ ਜੀ ਜਿਹੜੇ ਧਨ ਪਦਾਰਥ ਆਪਾਂ ਇਕੱਠੇ ਕਰਦੇ ਹਾਂ, ਜਿਹੜਾ ਪੈਸਾ ਅਸੀਂ ਇਕੱਠਾ ਕਰਦੇ ਹਾਂ, ਇਹ ਸਾਰਾ ਕੁਝ ਕੇਵਲ ਜੀਂਦੇ ਜੀ ਹੈ ਬੰਦੇ ਵਾਸਤੇ। ਜੀਂਦਾ ਹੈ
ਇਹਦੇ ਸਰੀਰ ਦੇ ਵਿੱਚ ਸੱਤਿਆ ਹੈਗੀ ਹੈ, ਸਾਹ ਹੈਗੇ ਹੈ, ਤੇ ਉਸ ਧਨ ਪਦਾਰਥ ਨੂੰ ਵਰਤ ਲੇਗਾ, ਪੈਸੇ ਨੂੰ ਵਰਤ ਲੇਗਾ। ਜਦੋਂ ਸਵਾਸ ਮੁੱਕ ਗਏ ਫਿਰ ਸਾਰਾ ਕੁਝ ਵਿਅਰਥ ਚਲਿਆ ਜਾਂਦਾ ਏ, ਇਹ ਸਾਰਾ ਕੁਝ ਕਿਸੇ ਕੰਮ ਨਹੀਂ ਆਉਂਦਾ। ਜੇ ਗਿਆਤੀ ਬੰਤਾ ਸੁਤ ਨਾਤੀ ਤਨ ਤਿਆਗੋ ਤੇ ਕੋ ਨਾ ਸੰਗਾਤੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਜਿਹੜੇ ਮਨੁੱਖ ਦੇ ਸਰੀਰ ਨਾਲ ਸੰਬੰਧਿਤ ਰਿਸ਼ਤੇ ਹੈ, ਉਹਦੀ ਪਤਨੀ ਹੈ, ਉਹਦੇ ਪੁੱਤਰ ਹੈ, ਉਹਦੇ ਪੋਤਰੇ ਨੇ, ਸਕੇ ਸੰਬੰਧੀ ਹੈ, ਇਹ ਵੀ ਸਾਰੇ ਉਨਾ ਚਿਰ ਸਾਥ ਦਿੰਦੇ ਆ ਜਿੰਨਾ ਚਿਰ ਮਨੁੱਖ ਦਾ ਸਰੀਰ ਹੈ। ਤੇ ਸਰੀਰ ਤੋਂ ਬਾਅਦ ਵਿੱਚ ਕੌਣ ਸਾਥ ਦਿੰਦਾ? ਕਹਿੰਦੇ ਉੱਥੇ ਕੋਈ ਸਾਥ ਦੇਣ ਵਾਲਾ ਨਹੀਂ, ਇਹ ਸਾਰੇ ਸਰੀਰ ਦੇ ਸਾਥੀ ਰਿਸ਼ਤੇ ਹਨ। ਸਮਾਨ ਸਰੀਰ ਸੋ ਜੀਰਨ ਹੈ ਤਜ ਜਾਹੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਰੀਰ ਇੱਕ ਬਸਤਰਾਂ ਦੀ ਤਰ੍ਹਾਂ ਹੈ, ਬਸਤਰ ਭਾਵ ਕੱਪੜੇ ਦੀ ਤਰ੍ਹਾਂ ਹੈ। ਕੱਪੜਾ ਪੁਰਾਣਾ ਹੋ ਜੇ ਤੇ ਮਨੁੱਖ ਉਹ ਕੱਪੜੇ ਬਦਲ ਲੈਂਦਾ ਹੈ, ਨਵੇਂ ਕੱਪੜੇ ਲੈ ਲੈਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਉਂ ਸਮਝਾਉਣਾ ਚਾਹੁੰਦੇ ਹੈ ਕਿ ਸਰੀਰ ਕੱਪੜੇ ਦੀ ਤਰ੍ਹਾਂ ਹੈ। ਇਵੇਂ ਫਿਰ ਜਦੋਂ ਇਹ ਸਰੀਰ ਪੁਰਾਣਾ ਹੋ ਜਾਂਦਾ ਹੈ, ਆਤਮਾ ਇਹਦੇ ਵਿੱਚ ਰਹਿਣ ਦੇ ਯੋਗ ਨਹੀਂ ਰਹਿੰਦੀ, ਤੇ ਆਤਮਾ ਵੀ ਆਪਣਾ ਸਰੀਰ ਜਿਹੜੀ ਹੈ ਉਹ ਬਦਲ ਲੈਂਦੀ ਹੈ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬੁਲਾਰ ਜੀ ਇਉਂ ਜਾਣੋ, ਇਹ ਆਤਮਾ ਜਿਹੜੀ ਸਰੀਰ ਨਾਲੋਂ ਵੱਖਰੀ ਹੈ। ਮਹਾਰਾਜ ਦੀ ਬਾਣੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ ਉਹ ਪਾਵਨ ਬਚਨ ਹੈ। ਕਹਿੰਦੇ 3 ਕੁ ਮਹੀਨਿਆਂ ਦਾ ਭਰੂਣ ਹੁੰਦਾ ਹੈ। ਅੱਜ ਦੀ ਸਾਇੰਸ ਨੇ ਮੰਨਣਾ ਸ਼ੁਰੂ ਕਰਤਾ। ਜਿਹੜੀ ਗੱਲ ਅੱਜ ਤੋਂ 600-700 ਸਾਲ ਪਹਿਲਾਂ ਬਾਬਾ ਸ਼ੇਖ ਫਰੀਦ ਨੇ ਕਹੀ, ਕਹਿੰਦੇ 3 ਕੁ ਮਹੀਨਿਆਂ ਦਾ ਭਰੂਣ ਹੁੰਦਾ ਹੈ ਜਦੋਂ ਉਹਦੇ ਵਿੱਚ ਆਤਮਾ ਪ੍ਰਵੇਸ਼ ਕਰਦੀ ਹੈ। ਫਿਰ ਉਸ ਸਰੀਰ ਦੀ ਤੇ ਆਤਮਾ ਦੀ ਗੰਢ ਪੈਂਦਿਆਂ 6 ਮਹੀਨੇ ਦਾ ਵਕਤ ਲੱਗ ਗਿਆ। ਫਿਰ ਮਨੁੱਖ ਦਾ ਜਨਮ ਹੋਇਆ। ਬਾਬਾ ਫਰੀਦ ਜੀ ਕਹਿੰਦੇ ਗੰਢ ਪੈਂਦਿਆਂ 6 ਮਹੀਨੇ ਲੱਗੇ। ਜਦੋਂ ਨਿਕਲਣ ਲੱਗੀ, ਜਦੋਂ ਗੰਢ ਟੁੱਟਣ ਲੱਗੀ, ਆਤਮਾ ਸਰੀਰ ਨੂੰ ਛੱਡਣ ਲੱਗੀ, ਕਹਿੰਦੇ ਫਿਰ 1 ਖਿਣ ਲੱਗਦਾ। ਗੰਢੇਂਦਿਆਂ 6 ਮਾਹ, ਤੜੇਂਦਿਆਂ 1 ਖਿਣ, ਟੁੱਟਣ ਲੱਗਿਆ 1 ਖਿਣ ਲੱਗਾ। ਭਾਵ ਇਹ ਆਤਮਾ ਤੇ ਸਰੀਰ ਜਿਹੜਾ ਹੈ ਨਾ, ਇਹਦਾ ਮਿਲਾਪ ਕੋਈ ਸਦੀਵੀ ਨਹੀਂ ਹੈ। ਜਦੋਂ ਆਤਮਾ ਜਿਹੜੀ ਹੈ ਸਰੀਰ ਦੇ ਵਿੱਚ ਰਹਿਣ ਦੇ ਯੋਗ ਨਹੀਂ ਰਹਿੰਦੀ, ਜਾਂ ਸਰੀਰ ਆਤਮਾ ਨੂੰ ਰੱਖਣ ਦੇ ਯੋਗ ਨਹੀਂ ਰਹਿੰਦਾ, ਆਤਮਾ ਸਰੀਰ ਨੂੰ ਛੱਡ ਕੇ ਚਲੇ ਜਾਂਦੀ। ਫਿਰ ਉਹ ਨਵਾਂ ਚੋਲਾ ਧਾਰਨ ਕਰ ਲੈਂਦੀ, ਨਵਾਂ ਸਰੀਰ ਧਾਰਨ ਕਰ ਲੈਂਦੀ। ਭਗਤ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਇੱਦਾਂ ਵੀ ਉਦਾਹਰਨ ਦੇ ਕੇ ਕਿਹਾ, ਕਹਿੰਦੇ ਜਿੱਦਾਂ ਜੈਸੇ ਤਰਵਰ ਪੰਖ ਬਸੇਰਾ, ਜਿੱਦਾਂ ਇੱਕ ਪੰਛੀ ਜਿਹੜਾ ਹੈ ਨਾ ਉਹ ਆਲਣਾ ਬਣਾਉਂਦਾ ਹੈ, ਤੇ ਜਦੋਂ ਫਿਰ ਉਹਨੂੰ ਲੱਗਦਾ ਨਾ ਹੁਣ ਆਲਣਾ ਪੁਰਾਣਾ ਹੋ ਗਿਆ, ਹੁਣ ਇਹ ਮੇਰੇ ਰਹਿਣ ਦੇ ਯੋਗ ਨਹੀਂ ਰਿਹਾ, ਟੁੱਟ ਗਿਆ ਹੈ, ਫਿਰ ਉਹ ਆਪਣਾ ਆਲਣਾ ਬਦਲ ਲੈਂਦਾ ਹੈ। ਇੱਦਾਂ ਹੀ ਆਤਮਾ ਹੈ, ਜਿੱਦਾਂ ਇੱਕ ਪੰਛੀ ਆਲਣਾ ਬਦਲ ਲੱਗਿਆ 1 ਸੈਕਿੰਡ ਲਾਉਂਦਾ ਏ, ਤੇ ਭਗਤ ਸਾਹਿਬਾਨ ਕਹਿੰਦੇ ਨੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਕਹਿੰਦੇ ਇੱਦਾਂ ਹੀ ਇਹ ਆਤਮਾ ਜਿਹੜੀ ਹੈ ਨਾ ਸਰੀਰ ਨੂੰ ਬਦਲਣ ਲੱਗਿਆ 1 ਖਿਣ ਲਾਉਂਦੀ ਹੈ। ਫਿਰ ਜਦੋਂ ਪਰਮਾਤਮਾ ਦਾ ਹੁਕਮ ਆਉਂਦਾ ਏ, ਇਹ ਆਤਮਾ ਸਰੀਰ ਨੂੰ ਛੱਡ ਕੇ ਚਲੇ ਜਾਂਦੀ ਹੈ। ਸੰਤਨ ਮਾਨ ਵਿਸਾਰ, ਹਾਂਜੀ ਇਹੀ ਸੰਤਨ ਮਾਨ ਵਿਸਾਰਿਓ ਰਾਈ, ਸ੍ਰੀ ਗੁਰੂ ਪੁਰੰਗ ਲਾਇ ਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਉਂ-ਜਿਉਂ ਫਿਰ ਉਪਦੇਸ਼ ਦਈ ਜਾ ਰਹੇ ਸਨ, ਤਿਉਂ-ਤਿਉਂ ਫਿਰ ਉਹ ਜਿਹੜਾ ਰਾਏ ਬੁਲਾਰ ਸੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸੁਣ ਕੇ ਆਪਣਾ ਹੰਕਾਰ ਜਿਹੜਾ ਉਹ ਤਿਆਗੀ ਜਾ ਰਿਹਾ ਸੀ, ਹੰਕਾਰ ਨੂੰ ਛੱਡੀ ਜਾ ਰਿਹਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਿਆ, ਕਹਿੰਦਾ ਕਿ ਸਤਿਗੁਰੂ ਜੋ ਕੁਝ ਤੁਸੀਂ ਕਿਹਾ ਹੈ ਬਿਲਕੁਲ ਸੱਚ ਹੈ। ਇਹ ਆਪ ਜੀ ਦੇ ਸੱਚੇ ਬਚਨ ਹਨ, ਜਿਨ੍ਹਾਂ ਦੇ ਵਸ ਪੈ ਕੇ ਮਨੁੱਖ ਜਿਹੜਾ ਹੈ ਨਾ ਸਾਰੀ ਉਮਰ ਆਪਣੀ ਵਿਅਰਥ ਗਵਾ ਦਿੰਦਾ ਹੈ। ਕਹਿਣ ਲੱਗਿਆ ਕਿ ਫਿਰ ਰਾਏ ਬੁਲਾਰ ਹੱਥ ਜੋੜ ਕੇ ਕਹਿੰਦਾ, ਹੇ ਸਤਿਗੁਰੂ ਸੱਚਮੁੱਚ ਮੈਂ ਅੱਖਾਂ ਨਾਲ ਵੇਖਦਾ ਰਿਹਾ, ਕੰਨਾਂ ਨਾਲ ਸੁਣਦਾ ਰਿਹਾ, ਪੈਰਾਂ ਨਾਲ ਚੱਲਦਾ ਰਿਹਾ, ਹੱਥਾਂ ਦੇ ਨਾਲ ਮੈਂ ਫੜਦਾ ਰਿਹਾ, ਨੱਕ ਨਾਲ ਮੈਂ ਸੁੰਘਦਾ ਰਿਹਾ, ਛੂੰਹਦਾ ਰਿਹਾ। ਇਹ ਸਾਰੀਆਂ ਜਿਹੜੀਆਂ ਇੰਦਰੀਆਂ ਨੇ ਨਾ, ਇਹ ਕੇਵਲ ਤੇ ਕੇਵਲ ਮਨੁੱਖ ਦੇ ਸਰੀਰ ਨਾਲ ਸੰਬੰਧਿਤ ਨੇ। ਸਪਰਸ਼ ਕਰਨ ਦੇ ਨਾਲ ਵੀ ਮਨੁੱਖ ਨੂੰ ਰਸ ਆਉਂਦਾ ਹੈ, ਸੁੰਘਣ ਨਾਲ ਵੀ ਰਸ ਆਉਂਦਾ ਹੈ, ਜ਼ੁਬਾਨ ਨਾਲ ਵੀ ਰਸ ਆਉਂਦਾ ਹੈ, ਕੰਨਾਂ ਦੇ ਨਾਲ ਵੀ ਨਿੰਦਿਆ ਦਾ ਰਸ ਆਉਂਦਾ ਹੈ। ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਇੰਦਰੀਆਂ ਮਨੁੱਖ ਵਾਸਤੇ ਇਹ ਕੇਵਲ ਇੱਕ ਰਸ ਹਨ। ਹੱਥ ਜੋੜ ਕੇ ਕਹਿਣ ਲੱਗਿਆ, ਕਹਿੰਦਾ ਮਹਾਰਾਜ ਸੱਚਮੁੱਚ ਮੈਂ ਇਹਨਾਂ ਇੰਦਰੀਆਂ ਦੇ ਵਸ ਪੈ ਕੇ
ਅੱਜ ਤੱਕ ਹੰਕਾਰੀ ਬਣਿਆ ਰਿਹਾ, ਆਪਣੇ ਇਸ ਮਨ ਅੰਦਰ ਹੰਕਾਰ ਜਿਹੜਾ ਉਹ ਧਾਰਨ ਕਰ ਛੱਡਿਆ ਹੈ। हे पूपन मैं इंद्र नाई सुनियो जुगत पास सुरत रमाही। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਅੱਜ ਮੈਨੂੰ ਸਮਝ ਆ ਗਈ ਹੈ, ਅੱਜ ਮੈਨੂੰ ਪਤਾ ਲੱਗ ਗਿਆ। ਮਹਾਰਾਜ ਕਹਿੰਦੇ ਕਿਹੜੀ ਗੱਲ ਦਾ ਪਤਾ ਲੱਗਾ? ਕਹਿੰਦਾ ਮਹਾਰਾਜ ਅੱਜ ਮੈਨੂੰ ਸਮਝ ਆ ਗਈ, ਇਹ ਜਿਹੜੀਆਂ ਇੰਦਰੀਆਂ ਨੇ ਇਹਨਾਂ ਨੂੰ ਸਰੀਰ ਤੋਂ ਵੱਖਰਾ ਕਰਕੇ ਵੇਖਣਾ ਚਾਹੀਦਾ ਹੈ। ਇਹ ਜਿਹੜਾ ਸਾਰੇ ਰਸ ਨੇ ਇਹਨਾਂ ਨੂੰ ਸਰੀਰ ਤੋਂ ਵੱਖਰਾ ਕਰਕੇ ਜਿਹੜਾ ਹੈ ਉਹ ਵੇਖਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਖਰੀ ਰਹਿ ਗਈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਦਾਂ ਰਾਏ ਬੁਲਾਰ ਜੀ ਕਹਿੰਦੇ ਪਏ ਸਨ। ਹਾਂਜੀ ਰਾਜਨ ਤੋਂ ਇੰਦਰ ਹੈ ਰਾਈ ਸੁਨਤ ਜੁਗਤ ਜਾ ਪਰ ਸਰੂਪ ਮਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਰਾਏ ਜੀ, ਸੱਚਮੁੱਚ ਇਹ ਜਿਹੜੀਆਂ ਇੰਦਰੀਆਂ ਦੇ ਰਸ ਵਿੱਚ ਮਨੁੱਖ ਪਿਆ ਰਹਿੰਦਾ ਹੈ ਉਹ ਖੁਆਰ ਹੋ ਜਾਂਦਾ ਹੈ। ਇਹਨਾਂ ਇੰਦਰੀਆਂ ਦੇ ਰਸ ਨੂੰ ਤਿਆਗ ਦੇਣਾ ਚਾਹੀਦਾ ਹੈ। ਕਿਉਂ ਤਰਖਾਣ ਕੇ ਹੱਥ ਨਮਾਹੀ ਬਿਨਾ ਕੁਠਾਰ ਕ੍ਰਿਤ ਕਹਿ ਨਾਹੀ। ਕਹਿੰਦੇ ਤਰਖਾਣ ਦਾ ਕੰਮ ਕੀ ਹੈ? ਤਰਖਾਣ ਦਾ ਕੰਮ ਹੈ ਕਿ ਉਹ ਕੁਹਾੜਾ ਲੈਂਦਾ ਏ, ਲੱਕੜਾਂ ਕੱਟਦਾ ਏ, ਲੱਕੜਾਂ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦਾ ਹੈ। ਤੇ ਜੇ ਤਰਖਾਣ ਦੇ ਹੱਥ ਵਿੱਚ ਕੁਹਾੜਾ ਹੀ ਨਹੀਂ ਹੈ ਤੇ ਉਹ ਕੁਹਾੜੇ ਤੋਂ ਬਿਨਾਂ ਫਿਰ ਤਰਖਾਣ ਕਾਹਦਾ, ਮਿਸਤਰੀ ਕਾਹਦਾ ਹੈ? ਸਾਧਨ ਹੈ ਇੰਦਰ ਬ੍ਰਿੰਦਾ ਅੰਤੇ ਆਤਮ ਪ੍ਰਿਥਕ ਆਨੰਦਾ। ਕਹਿਣ ਲੱਗੇ ਇਸੇ ਤਰ੍ਹਾਂ ਦੇ ਨਾਲ ਇੰਦਰੀਆਂ ਇੱਕ ਸਾਧਨ ਮਾਤਰ ਹੈ ਬੰਦੇ ਦੇ ਵਾਸਤੇ, ਕੇਵਲ ਤੇ ਕੇਵਲ ਸਾਧਨ ਮਾਤਰ। ਆਤਮਾ ਚਤਨ ਹੈ, ਉਹ ਆਨੰਦਮਈ ਸਰੂਪ ਵਾਲੀ ਹੈ। ਨਾਨਾ ਇੰਦਰ ਮਾਤ ਨਾਨਾ ਕੈਸੇ ਨਿਸਰੂਪ ਅਨੁਮਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇੱਦਾਂ ਕਰਕੇ ਵੱਖ-ਵੱਖ ਸਰੀਰ ਦੇ ਜਿਹੜੇ ਇੰਦਰੇ ਹਨ ਉਹਨਾਂ ਦੇ ਵੱਖ-ਵੱਖ ਸੁਭਾਅ ਹਨ, ਉਹਨਾਂ ਦੇ ਸਰੂਪ ਦਾ ਅਨੁਮਾਨ ਲਾਉਣਾ ਕੋਈ ਸੌਖੀ ਬਾਤ ਨਹੀਂ ਹੈ। ਏਕ ਤੂੰ ਚੇਤਨ ਨੀਕਾ ਜਿਹੇ ਬਿਨ ਜੜ ਹੈ ਬਿੰਦਰ ਰਖੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜੀਵ ਆਤਮਾ ਜਿਹੜੀ ਹੈ, ਚੇਤਨਤਾ ਜਿਹੜੀ ਹੈ ਉਹ ਸਾਰੀ ਇਹਨਾਂ ਇੰਦਰੀਆਂ ਤੋਂ ਵੱਖਰੀ ਹੈ ਤੇ ਉਹ ਮੁੱਢ ਹੈ। ਆਤਮਾ ਸਾਰੇ ਚੀਜ਼ਾਂ ਦਾ ਮੁੱਢ ਹੈ। ਅੰਧ ਮੂਕ ਗੁੰਗੇ ਪੁਨਮ ਜੀਈ ਜੀਵਤ ਜਗਤ ਹੈ ਤੇ। ਕਹਿਣ ਲੱਗੇ ਕਿ ਆਹ ਦੇਖੋ ਸੰਸਾਰ ਦੇ ਵਿੱਚ ਜਿਹੜੇ ਨੇਤਰਹੀਣ ਬੰਦੇ ਆ, ਜਿਹੜੇ ਬੋਲੇ ਬੰਦੇ ਆ, ਜਿਹੜੇ ਗੂੰਗੇ ਬੰਦੇ ਆ, ਉਹ ਵੀ ਤੇ ਸੰਸਾਰ ਤੇ ਆਉਂਦੇ ਆ, ਜ਼ਿੰਦਗੀ ਜਿਉ ਕੇ ਜਿਹੜੇ ਆ ਉਹ ਉਦਾਂ ਹੀ ਚਲੇ ਜਾਂਦੇ ਹਨ। ਤੇ ਆਤਮ ਲਖੀਏ ਨਿਆਰੋ ਇੰਦਰ ਤਨ ਤੇ ਜੋਨ ਆਧਾਰੋ। ਕਹਿੰਦੇ ਆਤਮਾ ਨੂੰ ਜਿਹੜਾ ਵੱਖਰਾ ਕਰਕੇ ਸਮਝਣਾ ਚਾਹੀਦਾ ਏ, ਉਹ ਜਿਹੜੀ ਆਤਮਾ ਹੈ ਉਹ ਇਸ ਤਨ ਤੇ ਇੰਦਰੀਆਂ ਤੋਂ ਵੱਖਰੀ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਤਨ ਤੇ ਰਖੀਕ ਗੁਣ ਗ੍ਰਾਹੀ ਨਭ ਤੇ ਸ਼ਬਦ ਸਰਣੋ ਗਹਿ ਤਾਹੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦਰਸਾਉਣ ਲੱਗੇ ਨੇ, ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿ ਕਿਹੜੇ ਤੱਤ ਦਾ ਕਿੱਦਾਂ ਦਾ ਪ੍ਰਭਾਵ ਹੁੰਦਾ ਹੈ, ਉਹ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਣ ਲੱਗੇ ਰਾਏ ਬੁਲਾਰ ਨੂੰ। ਕਹਿੰਦੇ ਹਰ ਇੰਦਰੀ ਜਿਹੜੀ ਹੈ ਆਪਣੇ ਆਪਣੇ ਤੱਤ ਦੇ ਮੁਤਾਬਕ ਗੁਣ ਜਿਹੜਾ ਹੈ ਉਹ ਧਾਰਨ ਕਰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਆਕਾਸ਼ ਤੱਤ ਹੈ ਨਾ ਉਹਦਾ ਜਿਹੜਾ ਸੁਭਾਅ ਹੈ ਉਹ ਸ਼ਬਦ ਹੈ, ਸੁਣਨਾ ਹੈ। ਕਹਿੰਦੇ ਜਿਹੜੀ ਹਵਾ ਹੈ ਉਹ ਜਿਸਮ ਦੇ ਸਮਾਨ, ਭਾਵ ਜਿਸਮ ਤੱਤ ਜਿਹੜਾ ਹੈ ਨਾ, ਹਵਾ ਤੱਤ ਜਿਹੜੀ ਹੈ ਉਹ ਜਿਸਮ ਦੇ ਨਾਲ ਉਹਦਾ ਸੰਬੰਧ ਸ਼ੂਨ ਦੇ ਨਾਲ ਸੰਬੰਧ ਹੈ। ਹਵਾ ਨੂੰ ਬੰਦਾ ਵੇਖ ਨਹੀਂ ਸਕਦਾ, ਨਾ ਉਹਨੂੰ ਕੇਵਲ ਤੇ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਇੱਦਾਂ ਹੀ ਕਿਸੇ ਨੂੰ ਸਪਰਸ਼ ਕਰਨਾ, ਸਪਰਸ਼ ਕਰਨ ਦੇ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਇੱਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਰਸਾ ਰਹੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਜਿੱਦਾਂ ਜਿੱਦਾਂ ਦਾ ਸੁਭਾਅ ਹੁੰਦਾ ਹੈ ਨਾ, ਇੰਦਰੀਆਂ ਉੱਦਾਂ ਉੱਦਾਂ ਜਿਹੜਾ ਉਹ ਗ੍ਰਹਿਣ ਕਰਦੀਆਂ ਜਾਂਦੀਆਂ ਤੇ ਮਨੁੱਖ ਐਵੇਂ ਬਿਨਾਂ ਕਾਰਨ ਹਉਮੈ ਦੇ ਵਿੱਚ ਜਿਹੜਾ ਉਹ ਪਿਆ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅਗਨ ਤੱਤ ਜਿਹੜਾ ਹੈ ਉਹ ਅੱਖਾਂ ਦੇ ਬਰਾਬਰ ਜਾਣ ਲਓ ਵੀ ਅੱਖਾਂ ਦੇ ਨਾਲ ਜਿਵੇਂ ਮਨੁੱਖ ਵੇਖਦਾ ਹੈ, ਇਹ ਅਗਨ ਤੱਤ ਜਿਹੜਾ ਹੈ ਉਹਦੀ ਪਹਿਚਾਣ ਲਾ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਦੇ ਨਾਲ ਰਾਏ ਬੁਰਾਰ ਜੀ ਨੂੰ ਦਰਸਾ ਰਹੇ ਹਨ। ਜਲ ਕੀ ਜੀਹੀ ਸੁਰਸ ਗੁਣ ਤਾਹੀ ਜਾਨੋ ਵਿਸ਼ੇਸ਼ਾਦ ਕੋ ਗ੍ਰਾਹੀ। ਸਤਿਗੁਰੂ ਕਹਿਣ ਲੱਗੇ ਜਿਹੜਾ ਜਲ ਤੱਤ ਹੈ ਉਹਨੂੰ ਜੀਵ ਜਿਹੜੀ ਹੈ ਨਾ ਸਵਾਦ ਜਿਹੜਾ ਹੈ ਉਹਦੇ ਬਰਾਬਰ ਜਾਣ ਲੈ, ਉਹਦੇ ਨਾਲ ਇਹਦਾ ਤੁਲਨਾ ਕੀਤੀ ਜਾ ਸਕਦੀ ਹੈ। ਕਿਉਂਕਿ ਜ਼ੁਬਾਨ ਨੂੰ ਵੀ ਰਸ ਚਾਹੀਦਾ ਹੈ, ਰਸ ਜਿਹੜਾ ਹੈ ਸਵਾਦ ਜਿਹੜਾ ਹੈ ਉਹ ਪਾਣੀ ਵਿੱਚੋਂ ਆਉਂਦਾ ਹੈ। ਇੱਦਾਂ ਕਰਕੇ ਕਹਿੰਦੇ ਜਲ ਤੱਤ ਜਿਹੜਾ ਉਹ ਰਸ ਵਾਂਗ ਹੈ।
ਕਿਤ ਕੀ ਸ਼ਾਂ ਘਰਾਣ ਕੰਧੰਦ ਗੁਣ ਜਾਨ ਰੇ ਸੁਤਾ ਕੋ ਲਿਓ ਪਛਾਨ। ਕਹਿੰਦੇ ਜਿਹੜਾ ਪ੍ਰਿਥਵੀ ਤੱਤ ਹੈ ਇਹਨੂੰ ਜਾਣ ਕੇ, ਜਿਵੇਂ ਨੱਕ ਇੰਦਰੀ ਹੈ, ਨੱਕ ਦੇ ਨਾਲ ਸੁਗੰਧ ਆਉਂਦੀ ਹੈ, ਇਵੇਂ ਕਰਕੇ ਸੁੰਘਣ ਦੇ ਨਾਲ ਜਿਹਦਾ ਸੰਬੰਧ ਬਣਦਾ ਹੈ। ਕਹਿੰਦੇ ਪ੍ਰਿਥਵੀ ਤੱਤ ਨੂੰ ਇਸ ਤਰ੍ਹਾਂ ਜਾਣ ਲੈਣਾ ਕਰੋ। ਆਸੇ ਸਹਿ ਸੁਭਾਏ ਵਿਚਾਰ ਜਨ ਕੀ ਜੀ ਜੁਰਸ ਗੁਣ ਆਸੇਨ ਸਹਿਜ ਸੁਭਾਏ ਵਿਚਾਰੋ ਆਪਨ ਹੰਤਾ ਕਿਉ ਤੁਮ ਧਾਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਕਰਕੇ ਸਹਿਜ ਸੁਭਾਅ ਤੁਸੀਂ ਵਿਚਾਰ ਕਰਨੀ ਕਰੋ। ਕਾਦੇ ਵਾਸਤੇ ਹਉਮੈ ਨੂੰ ਤੁਸੀਂ ਪਕੜ ਕੇ ਰੱਖਿਆ ਹੋਇਆ ਹੈ। ਸਾਬਰ ਖੀਕ ਲਖੀ ਜੋ ਕੂਪਾ ਤੋਰ ਸਰੂਪ ਆਨੰਦ ਅਨੂਪਾ। ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਾਰੀਆਂ ਇੰਦਰੀਆਂ, ਸਾਰੇ ਇੰਦਰੇ ਬੰਦੇ ਨੂੰ ਦੁੱਖ ਦਿੰਦੇ ਨੇ, ਤੇ ਦੁੱਖ ਵੀ ਖੂਹ ਵਰਗੇ ਦਿੰਦੇ, ਬੜੇ ਡੂੰਘੇ ਦੁੱਖ ਦਿੰਦੇ ਐ। ਇਸ ਕਰਕੇ ਤੁਸੀਂ ਸੁੰਦਰ ਸਰੂਪ, ਆਨੰਦ ਸਰੂਪ ਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਾਨ ਉਪਦੇਸ਼ ਸੁਣ ਕੇ ਰਾਏ ਬੁਲਾਰ ਜੀ ਦੇ ਅੰਦਰ ਦਾ ਹੰਕਾਰ ਜਿਹੜਾ ਉਹ ਖਤਮ ਹੋ ਚੁੱਕਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਦਾਂ ਫਿਰ ਉਸ ਵਕਤ ਰਾਏ ਬੁਲਾਰ ਜੀ ਨੂੰ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਏ ਬੁਲਾਰ ਜੀ ਨੂੰ ਜਦੋਂ ਉਪਦੇਸ਼ ਸਮਝਾਇਆ, ਉਹਨਾਂ ਦੇ ਅੰਦਰ ਦੀ ਹਉਮੈ ਜਿਹੜੀ ਉਹ ਖਤਮ ਹੋ ਗਈ। ਭਾਵ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜੁੜ ਗਏ। ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਨੇ, ਇੰਨੀ